गुड मॉर्निंग स्टूडेंट्स। आज ਆਪਾਂ पंजाबी भाषा तो शुरू करन जा रहे हैं। ਜਦੋਂ भी ਅਸੀਂ ਕਿਸੇ ਭਾਸ਼ਾ ਨੂੰ ਜਾਣਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਭਾਸ਼ਾ ਦਾ ਜੋ ਬੇਸਿਕ ਹੈ, ਜੋ ਨਿਯਮ ਬਣਾਏ ਗਏ ਹਨ, ਉਹਨਾਂ ਬਾਰੇ ਜਾਣਨਾ ਜ਼ਰੂਰੀ ਹੈ। ਤਾਂ ਉਹ ਕੀ ਹੈ? व्याकरण। क्योंकि जे मैं हुण कोई भी शब्द अगे पिछे बोल रहा होवां तां वो ना तो गल समझ आएगी ते ना ही उस गल कीती दा कोई फायदा है। तां सब तो पहला असीं गल करदे हां कि पंजाबी विच व्याकरण किसनूं कहंदे हन। व्याकरण की है? किसी भाषा नूं शुद्ध रूप विच लिखण लई कुछ नियम बनाए जांदे हन। उन्हां नियमां दे समूह नूं असीं व्याकरण कहंदे हां। देखो बेटे, किसी भाषा नूं शुद्ध रूप विच लिखण लई लिख असीं किसी भी तरह सकदे हां, पर जदों असीं उहनूं शुद्ध रूप विच लिखना तां उस दे विच सानूं नियमां दी जरूरत है। उह नियमां दे समूह नूं असीं व्याकरण कहंदे हां। हुण इहदे तीन अंग हुंदे हन। सब तो पहला की है बच्चे? इस दे विच असीं करदे हां ਧੁਨੀ ਬੋਧ। सब तो पहला है ਧੁਨੀ ਬੋਧ। ਧੁਨੀ ਬੋਧ ਨੂੰ ਅਸੀਂ ਹੋਰ ਕੀ ਕਹਿ ਸਕਦੇ ਹਾਂ ਬੇਟੇ? ਅੱਖਰ ਬੋਧ। ਹੁਣ ਧੁਨੀ ਬੋਧ ਜਾਂ ਅੱਖਰ ਬੋਧ ਕੀ ਹੈ? ਧੁਨੀ ਬੋਧ ਜਾਂ ਅੱਖਰ ਬੋਧ ਹੈ ਜਦੋਂ ਸਾਨੂੰ ਕਿਸੇ ਭਾਸ਼ਾ ਦੇ ਅੱਖਰਾਂ ਦੀ ਪਹਿਚਾਣ ਹੋ ਜਾਏ। ਹੁਣ ਪੰਜਾਬੀ ਵਿੱਚ ਕਿੰਨੇ ਅੱਖਰ ਹਨ? ਪਹਿਲਾਂ ਪੰਜਾਬੀ ਦੀ ਵਰਣਮਾਲਾ ਵਿੱਚ 35 ਅੱਖਰ ਸੀ ਤੇ ਉਸ ਨੂੰ 35 ਅੱਖਰੀ ਕਿਹਾ ਜਾਂਦਾ ਸੀ। ਉਸ ਤੋਂ ਬਾਅਦ 6 ਅੱਖਰ ਫਾਰਸੀ ਭਾਸ਼ਾ ਦੇ ਪੰਜਾਬੀ ਵਿੱਚ ਐਡ ਕਰ ਦਿੱਤੇ ਗਏ, ਉਹਦੇ ਨਾਲ 41 ਅੱਖਰ ਹੋ ਗਏ। ਤਾਂ ਜਦੋਂ ਸਾਨੂੰ ਧੁਨੀ ਦਾ ਬੋਧ ਹੋ ਜਾਏ ਜਾਂ ਅੱਖਰ ਬੋਧ ਹੋ ਜਾਣ ਤਾਂ ਉਸ ਨੂੰ ਅਸੀਂ ਧੁਨੀ ਬੋਧ ਕਹਿੰਦੇ ਹਾਂ। ਜਿਵੇਂ ਪੰਜਾਬੀ ਵਿੱਚ ਈੜੀ, ਸੱਸਾ, ਹਾਹਾ, ਤੁਹਾਨੂੰ ਅੱਖਰਾਂ ਦੀ ਪਹਿਚਾਣ ਹੋ ਜਾਏ, ਉਹ ਧੁਨੀ ਬੋਧ ਹੈ। ਉਸ ਤੋਂ ਬਾਅਦ ਦੂਜਾ ਅੰਗ ਆਉਂਦਾ ਹੈ शब्द बोध। हुण बेटे शब्द बोध तुहानू अखरां की पहचान होगी भाषा की। हुण अखरां तो असीं शब्द बनाने हैं। अखरां तो जदों असीं शब्द बनावांगे उसनूं असीं शब्द बोध कहांगे। जिवें घग्गा जमा रारा, ये की शब्द बन गया? घर। हुण शब्द है घर, ਤਾਂ ਇਹ ਹੋ ਗਿਆ ਸ਼ਬਦ ਬੋਧ। ਅੱਖਰ ਬੋਧ ਸਾਨੂੰ ਅੱਖਰਾਂ ਦੀ ਪਹਿਚਾਨ ਹੋਈ। ਸ਼ਬਦ ਬੋਧ ਅਸੀਂ ਅੱਖਰ ਜੋੜ ਕੇ, ਧੁਨੀਆਂ ਜੋੜ ਕੇ ਉਸ ਨੂੰ ਅਸੀਂ ਸ਼ਬਦ ਦੇ ਵਿੱਚ ਕਨਵਰਟ ਕਰ ਦਿੱਤਾ, ਸ਼ਬਦ ਦੇ ਵਿੱਚ ਬਦਲ ਦਿੱਤਾ ਤੇ ਉਸ ਨੂੰ ਅਸੀਂ ਸ਼ਬਦ ਬੋਧ ਕਹਾਂਗੇ। ਜਿਵੇਂ ਘੱਗਾ ਤੇ ਰਾਰਾ ਨੂੰ ਜਮਾ ਕਰਕੇ ਅਸੀਂ ਘਰ ਬਣਾ ਦਿੱਤਾ। ਹੁਣ ਤੀਜਾ ਅੰਗ ਆ ਗਿਆ ਬੇਟੇ, ਉਹ ਹੈ ਵਾਕ ਬੋਧ। ਹੁਣ ਵਾਕ ਬੋਧ ਦੇ ਵਿੱਚ ਕੀ ਹੈ? ਜਦੋਂ ਸਾਨੂੰ ਧੁਨੀ ਦਾ ਗਿਆਨ ਹੋਇਆ, ਉਹ ਧੁਨੀ ਬੋਧ ਸੀ। ਜਦੋਂ ਅਸੀਂ ਧੁਨੀ ਨੂੰ ਜੋੜ ਕੇ, ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਏ, ਉਹ ਸ਼ਬਦ ਬੋਧ ਸੀ। ਹੁਣ ਅਸੀਂ ਸ਼ਬਦਾਂ ਨੂੰ ਜੋੜ ਕੇ, ਹੁਣ ਪਹਿਲਾਂ ਧੁਨੀ ਦਾ ਗਿਆਨ ਹੋਇਆ ਤਾਂ ਅਸੀਂ ਸ਼ਬਦ ਬਣਾਏ ਧੁਨੀਆਂ ਨੂੰ। ਹੁਣ ਸ਼ਬਦਾਂ ਨੂੰ ਅਸੀਂ ਜੋੜ ਕੇ ਜਦੋਂ ਵਾਕ ਦੇ ਵਿੱਚ ਕਨਵਰਟ ਕਰਾਂਗੇ ਉਸ ਨੂੰ ਅਸੀਂ ਵਾਕ ਬੋਧ ਕਹਾਂਗੇ। ਜਿਵੇਂ ਮੈਂ कर जाना हाँ इज इक्वल टू मैं कर जाना हूं। हुण ये पूरा वाक बन गया मैं कर जाता हाँ। मैं जदों देखो सब तो पहला धुनी समझी, अखरां की पहचान की। पंजाबी विच 35 अखर सी, 6 फारसी दे अखर जोड़े गए जिन्हां दे पैर दे विच बिंदी पैंदी है, 41 अखर होए। उन्हां दी पहचान होण तो बाद असीं उन्हां नूं जोड़ के जदों शब्द बनाने शुरू कीते तां शब्द जोड़ जिस नूं किया शब्द बोध, जिस नूं किया वो शब्द बोध हो गया। उस बाद शब्दां नूं जोड़ के जदों असीं वाक बनाना सीख लिया उस नूं असीं वाक बोध कहांगे। इस नूं कई अर्थ बोध दे नाल भी जोड़दे हन। ਤੇ ਚੌਥਾ ਅੰਗ ਕਈ ਇਸ ਦਾ ਕਹਿੰਦੇ ਹਨ ਅਰਥ ਬੋਧ। ਵੈਸੇ ਤਿੰਨ ਬੋਧ ਹਨ, ਤਿੰਨ ਜਿਹੜੇ ਅੰਗ ਹਨ। ਅਰਥ ਬੋਧ ਕੀ ਹੈ? ਜਦੋਂ ਸਾਨੂੰ ਇਹਨਾਂ ਦੇ ਅਰਥਾਂ ਦਾ ਗਿਆਨ ਹੋ ਜਾਏ ਉਸ ਨੂੰ ਅਸੀਂ ਅਰਥ ਬੋਧ ਕਹਿੰਦੇ ਹਾਂ। ਇਹ ਹੁਣ ਚਾਰ ਅੰਗ ਹੋ ਗਏ
ਵਿਆਕਰਨ ਦੇ। ਮੁੱਖ ਅੰਗ ਤਿੰਨ ਹਨ। ਅਰਥਬੋਧ ਜਿਹੜਾ ਹੈ, ਜਦੋਂ ਸਾਨੂੰ ਅਰਥਾਂ ਦਾ ਗਿਆਨ ਹੋ ਜਾਏ ਉਸ ਨੂੰ ਅਸੀਂ ਅਰਥਬੋਧ ਕਹਾਂਗੇ। ਹੁਣ ਅਸੀਂ ਗੱਲ ਕਰਦੇ ਹਾਂ ਬੋਲੀ। ਹੁਣ ਬੋਲੀ ਹੁੰਦੀ ਕੀ ਹੈ? ਬੋਲੀ ਜਦੋਂ ਇੱਕ ਬੱਚਾ ਮਾਂ ਤੋਂ ਸਿੱਖਦਾ ਹੈ, ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਬੱਚਾ ਹੈ ਆਪਣੀ ਮਾਂ ਦੇ ਨਾਲ ਹੀ ਕੌਨਫਲਿਕਟ ਦੇ ਵਿੱਚ ਆਉਂਦਾ ਹੈ, ਮਾਂ ਦੇ ਨਾਲ ਹੀ ਉਸ ਦਾ ਜੋ ਵੀ ਹੈ ਲਰਨਿੰਗ ਜਿਹੜੀ ਹੈ, ਜਿਹੜੀ ਉਸਦੀ ਸਿੱਖਿਆ ਹੈ, ਪਹਿਲਾ ਅਧਿਆਪਕ ਬੱਚੇ ਦੀ ਉਸਦੀ ਮਾਂ ਹੁੰਦੀ ਹੈ। ਮਾਂ ਉਸ ਦੇ ਨਾਲ ਛੋਟੀਆਂ ਛੋਟੀਆਂ ਗੱਲਾਂ ਕਰਦੀ ਹੈ, ਉਸ ਨੂੰ ਛੋਟੇ ਛੋਟੇ ਸ਼ਬਦ ਸਿਖਾਉਂਦੀ ਹੈ। ਤਾਂ ਉਹ ਕੀ ਹੈ ਜੋ ਬੱਚਾ ਉਸ ਤੋਂ ਸਿੱਖਦਾ ਹੈ, ਉਸ ਦੀ ਭਾਸ਼ਾ ਨੂੰ ਸਮਝਦਾ ਹੈ, ਉਹ ਕੀ ਹੈ? ਬੋਲੀ। ਹੁਣ ਉਹ ਜਿਹੜੀ ਬੋਲੀ ਹੈ, ਉਹ ਬੋਲੀ ਸਿੱਖਣ ਤੋਂ ਬਾਅਦ ਅਸੀਂ ਪੂਰੀ ਹੁਣ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਆਪਾਂ ਪੰਜਾਬੀ ਦੀ ਬੋਲੀ ਹੈ, ਪੰਜਾਬੀ ਬੋਲੀ ਹੈ ਜਿਹੜੀ ਸਾਡੀ ਮਾਤ ਭਾਸ਼ਾ ਜੋ ਇੱਕ ਬੱਚੇ ਨੇ ਆਪਣੀ ਮਾਂ ਤੋਂ ਸਿੱਖੀ ਹੈ। ਹੁਣ ਅਸੀਂ ਆਉਂਦੇ ਹਾਂ ਉਪ ਬੋਲੀਆਂ ਦੇ ਉੱਤੇ। ਹੁਣ ਉਪ ਬੋਲੀਆਂ ਦੇ ਵਿੱਚ ਅਸੀਂ ਕਾਫੀ ਵਾਰ ਉਲਝ ਜਾਂਦੇ ਹਾਂ ਕਿ ਉਪ ਬੋਲੀਆਂ ਹੁੰਦੀਆਂ ਕੀ ਹੈ। ਉਪ ਬੋਲੀਆਂ ਕੀ ਹੈ ਬੇਟਾ? ਕਿਸੇ ਖਾਸ ਇਲਾਕੇ ਵਿੱਚ ਬੋਲੀ ਜਾਣ ਵਾਲੀ ਬੋਲੀ ਨੂੰ ਉਪ ਬੋਲੀ ਕਹਿੰਦੇ ਹਨ। ਕਿਸੇ ਖਾਸ ਇਲਾਕਾ, ਹੁਣ ਇਹ ਨਹੀਂ ਕਿ ਸਾਰੇ ਪੰਜਾਬ ਦੇ ਵਿੱਚ ਬੋਲੀ ਪੰਜਾਬੀ ਹੀ ਜਾਂਦੀ ਹੈ, ਹੁੰਦੀ ਉਹ ਪੰਜਾਬੀ ਹੀ ਹੈ, ਪਰ ਜਦੋਂ ਅਸੀਂ ਕਿਸੇ ਖਾਸ ਇਲਾਕੇ ਦੇ ਵਿੱਚ ਕਿਸੇ ਖਾਸ ਇਲਾਕੇ ਦੀ ਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਉਸ ਨੂੰ ਅਸੀਂ ਉਪ ਬੋਲੀ ਜਾਂ ਉਪ ਭਾਸ਼ਾ ਕਹਿੰਦੇ ਹਾਂ। ਹੁਣ ਅਸੀਂ ਆਉਂਦੇ ਹਾਂ ਉਪ ਬੋਲੀ। ਹੁਣ ਆਪਾਂ ਉਹਨੂੰ ਸਿੰਪਲੀਫਾਈ ਕਰਦੇ ਹਾਂ। ਹੁਣ ਸਪੋਜ਼ ਤੁਸੀਂ ਬੇਟੇ ਅੰਮ੍ਰਿਤਸਰ ਆਪਾਂ ਗਏ ਹੋਏ ਹਾਂ, ਅੰਮ੍ਰਿਤਸਰ ਦੇ ਵਿੱਚ ਆਪਾਂ ਅੰਮ੍ਰਿਤਸਰ ਤੋਂ ਅਸੀਂ ਪਟਿਆਲੇ ਪਹੁੰਚਣਾ ਹੈ। ਅੰਮ੍ਰਿਤਸਰ ਤੋਂ ਸਾਡਾ ਜਿਹੜੀ ਡੈਸਟੀਨੇਸ਼ਨ ਹੈ ਪਟਿਆਲਾ ਹੈ। ਪਟਿਆਲੇ ਅਸੀਂ ਪਹੁੰਚਣਾ ਹੈ ਤੇ ਪੰਜਾਬੀ ਆਪਾਂ ਜਦੋਂ ਅਸੀਂ ਅੰਮ੍ਰਿਤਸਰ ਤੋਂ ਪਟਿਆਲੇ ਆਉਣਾ ਹੈ ਤਾਂ ਅਸੀਂ ਜਦੋਂ ਅਸੀਂ ਪਟਿਆਲੇ ਵੱਲ ਆਉਣਾ ਹੈ ਤਾਂ ਅਸੀਂ ਅੰਮ੍ਰਿਤਸਰ ਤੋਂ ਪਟਿਆਲੇ ਵੱਲ ਆਏ ਤਾਂ ਰਸਤੇ ਦੇ ਵਿੱਚ ਜਿਹੜੀ ਸਾਡੀ ਡੈਸਟੀਨੇਸ਼ਨ ਆਏਗੀ ਅਸੀਂ ਉਸ ਤਰ੍ਹਾਂ ਜਿਹੜੀ ਉਪ ਬੋਲੀਆਂ ਹਨ ਉਹ ਅਸੀਂ ਕਰਦੇ ਜਾਵਾਂਗੇ। ਜਿਵੇਂ ਸਭ ਤੋਂ ਪਹਿਲਾਂ ਅੰਮ੍ਰਿਤਸਰ, ਅੰਮ੍ਰਿਤਸਰ ਦੇ ਨਾਲ ਕੀ ਲੱਗਦਾ ਹੈ? ਲਾਹੌਰ। ਦੂਜੇ ਪਾਸੇ ਕੀ ਲੱਗਦਾ ਹੈ? ਗੁਰਦਾਸਪੁਰ। ਹੁਣ ਇੱਥੇ ਕਿਹੜੀ ਬੋਲੀ ਬੋਲੀ ਜਾਏਗੀ ਬੇਟੇ? ਗੁਰਦਾਸਪੁਰ ਦੇ ਨਾਲ ਬੋਲੀ ਜਾਏਗੀ ਮਾਝੀ। ਇੱਥੇ ਉਪ ਬੋਲੀ ਬੋਲੀ ਜਾਏਗੀ ਮਾਝੀ। ਅੰਮ੍ਰਿਤਸਰ, ਲਾਹੌਰ ਤੇ ਗੁਰਦਾਸਪੁਰ, ਕਿਉਂਕਿ ਬਾਰਡਰ ਦਾ ਇਲਾਕਾ ਹੈ ਬੇਟੇ, ਪਾਕਿਸਤਾਨ ਦਾ ਜਿਹੜਾ ਕੁਝ ਹਿੱਸਾ ਹੈ ਉਹ ਵੀ ਸਾਡੇ ਉਸ ਇਲਾਕੇ ਦੇ ਵਿੱਚ ਆ ਗਿਆ। ਉਸ ਨੂੰ ਅਸੀਂ ਕਹਾਂਗੇ ਅੰਮ੍ਰਿਤਸਰ, ਲਾਹੌਰ ਤੇ ਗੁਰਦਾਸਪੁਰ ਵਿੱਚ ਬੋਲੀ ਜਾਣ ਵਾਲੀ ਬੋਲੀ ਮਾਝੀ। ਇਹ ਪਹਿਲਾਂ ਮੱਧ ਪੰਜਾਬ ਦਾ ਹਿੱਸਾ ਹੁੰਦਾ ਸੀ। ਮੱਧ ਪੰਜਾਬ, ਪੰਜਾਬ ਦੀ ਜਿਹੜੀ ਰਾਜਧਾਨੀ ਸੀ ਬੇਟੇ ਉਹ ਲਾਹੌਰ ਸੀ। ਤੇ ਆਜ਼ਾਦੀ ਤੋਂ ਪਹਿਲਾਂ ਜਿਹੜੀ ਟਕਸਾਲੀ ਬੋਲੀ ਸੀ, ਟਕਸਾਲੀ ਬੋਲੀ ਕਿਹੜੀ ਹੁੰਦੀ ਹੈ? ਜੋ ਅਖਬਾਰਾਂ ਜਾਂ ਕਿਤਾਬਾਂ ਦੇ ਵਿੱਚ ਜਿਹੜੀ ਭਾਸ਼ਾ ਨੂੰ ਵਰਤਿਆ ਜਾਏ ਉਸ ਨੂੰ ਆਪਾਂ ਟਕਸਾਲੀ ਬੋਲੀ ਕਹਿੰਦੇ ਹਾਂ। ਤਾਂ ਟਕਸਾਲੀ ਬੋਲੀ ਆਬਵੀਅਸ ਹੈ ਬੇਟੇ ਕਿ ਜਿੱਥੇ ਅਸੀਂ ਰਹਿੰਦੇ ਹਾਂ ਜਿਹੜਾ ਸਾਡੀ ਰਾਜਧਾਨੀ ਹੋਏਗੀ ਉਹੀ ਸਾਡੀ ਟਕਸਾਲੀ ਬੋਲੀ ਹੋਏਗੀ। ਤਾਂ ਟਕਸਾਲੀ ਅਖਬਾਰੀ ਬੋਲੀ ਤੇ ਕਿਤਾਬੀ ਬੋਲੀ ਜਿਹੜੀ ਸੀ, ਮਾਝੀ ਭਾਸ਼ਾ ਜਿਹੜੀ ਸੀ ਵਰਤੀ ਜਾਂਦੀ ਸੀ ਅੰਮ੍ਰਿਤਸਰ, ਲਾਹੌਰ ਤੇ ਗੁਰਦਾਸਪੁਰ ਦੇ ਵਿੱਚ ਮਾਝੀ ਭਾਸ਼ਾ ਬੋਲੀ ਜਾਂਦੀ ਸੀ। ਹੁਣ ਬੇਟੇ ਅਸੀਂ ਅੰਮ੍ਰਿਤਸਰ ਤੋਂ ਪਹੁੰਚੇ ਜਲੰਧਰ, ਕਿਉਂਕਿ ਪਟਿਆਲੇ ਅਸੀਂ ਆ ਰਹੇ ਹਾਂ, ਜਲੰਧਰ ਅਸੀਂ ਪਹੁੰਚ ਗਏ ਬੇਟੇ। ਜਲੰਧਰ ਦੇ ਨਾਲ ਹੁਣ ਦੂਜੇ ਪਾਸੇ ਕੀ ਲੱਗੇਗਾ ਬੇਟੇ? ਹੁਸ਼ਿਆਰਪੁਰ। ਨਾਲ लगेगा कपूरथला। ਹੁਣ ਇੱਥੇ ਕਿਹੜੀ ਬੋਲੀ ਬੋਲੀ ਜਾਏਗੀ? ਦੁਆਬੀ। ਇੱਥੇ ਜਿਹੜੀ ਭਾਸ਼ਾ ਬੋਲੀ ਜਾਏਗੀ ਉਹ ਭਾਸ਼ਾ ਬੋਲੀ ਜਾਏਗੀ ਉਪਭਾਸ਼ਾ ਦੁਆਬੀ। 19-21 ਦਾ ਫਰਕ ਹੈ। ਜਿਵੇਂ ਮਾਝੀ ਬੋਲੀ ਚ ਕਹਿੰਦੇ ਤੂੰ ਕੀ ਕਰਨ ਡਿਆ, ਤੇ ਇੱਥੇ ਦੁਆਬੀ ਦੇ ਵਿੱਚ ਹੁਣ ਇੱਥੇ ਭਰਾ ਨੂੰ ਕਹਿੰਗੇ ਪਾਪਾ ਜੀ। ਜਦੋਂ ਅਸੀਂ ਦੁਆਬੇ ਦੇ ਵਿੱਚ ਪਹੁੰਚੇ ਤਾਂ ਜਿਹੜਾ ਭਰਾ ਕੀ ਬਣ ਗਿਆ ਬੇਟੇ? ਭਾਜੀ। ਪਾਪਾ ਜੀ ਤੇ ਭਾਜੀ ਫਰਕ 19-20 ਦਾ ਹੈ। ਦੁਆਬੀ ਭਾਸ਼ਾ ਦੇ ਵਿੱਚ ਅਸੀਂ ਪਹੁੰਚ ਗਏ। ਉਸ ਤੋਂ ਬਾਅਦ ਅਸੀਂ ਜਲੰਧਰ ਤੋਂ ਪਹੁੰਚੇ ਲੁਧਿਆਣਾ।
ਲੁਧਿਆਣਾ ਦੇ ਵਿੱਚ ਅਸੀਂ ਜਦੋਂ ਆਏ ਬੇਟੇ, ਲੁਧਿਆਣਾ ਦੇ ਵਿੱਚ ਅਸੀਂ ਜਦੋਂ ਪਹੁੰਚੇ, ਲੁਧਿਆਣਾ ਦੇ ਨਾਲ ਸਾਡਾ ਕੀ ਲੱਗਿਆ? ਸੰਗਰੂਰ ਦਾ ਇਲਾਕਾ। ਅਸੀਂ ਉਧਰ ਚਲੇ ਗਏ, ਸੰਗਰੂਰ ਤੇ ਨਾਲ ਬਠਿੰਡਾ। ਤੇ ਹੁਣ ਅਸੀਂ ਬਾਰਡਰ ਦੇ ਉੱਤੇ ਕੀ ਹੈ? ਪਟਿਆਲਾ ਵੀ ਬਾਰਡਰ ਦੇ ਉੱਤੇ ਹੈ। ਹੁਣ ਲੁਧਿਆਣਾ, ਸੰਗਰੂਰ, ਬਠਿੰਡਾ ਤੇ ਪਟਿਆਲਾ, ਪੂਰਾ ਪਟਿਆਲਾ ਨਹੀਂ, ਪਟਿਆਲੇ ਦੇ ਕੁਝ ਹਿੱਸਿਆਂ ਦੇ ਵਿੱਚ ਬੋਲੀ ਜਾਂਦੀ ਹੈ ਮਲਵਈ। ਮਲਵਈ ਭਾਸ਼ਾ ਬੋਲੀ ਜਾਂਦੀ ਹੈ। ਹੁਣ ਪੂਰੇ ਪਟਿਆਲੇ ਦੇ ਵਿੱਚ, ਇੱਥੇ ਆਪਾਂ ਇਸ ਗੱਲ ਨੂੰ ਧਿਆਨ ਰੱਖਣਾ ਹੈ, ਪਟਿਆਲੇ ਦੇ ਕੁਝ ਹਿੱਸਿਆਂ ਦੇ ਵਿੱਚ ਮਲਵਈ ਭਾਸ਼ਾ ਬੋਲੀ ਜਾਂਦੀ ਹੈ। ਪੂਰੇ ਪਟਿਆਲੇ ਦੇ ਵਿੱਚ ਜਿਹੜੀ ਹੈ ਮਲਵਈ ਭਾਸ਼ਾ ਨਹੀਂ ਬੋਲੀ ਜਾਂਦੀ। ਹੁਣ ਅਸੀਂ ਅੰਮ੍ਰਿਤਸਰ ਤੋਂ ਪਟਿਆਲਾ ਪਹੁੰਚ ਚੁੱਕੇ ਹਾਂ ਤੇ ਪਟਿਆਲਾ ਦਾ ਕੁਝ ਹਿੱਸਾ ਸਾਡਾ ਹੋ ਗਿਆ, ਪਟਿਆਲਾ ਦਾ ਇੱਕ ਹਿੱਸਾ ਅਜੇ ਬਾਕੀ ਹੈ। ਉਸ ਦੇ ਨਾਲ ਅਸੀਂ ਪਹੁੰਚਾਂਗੇ ਪਟਿਆਲਾ, ਰੋਪੜ ਤੇ ਨਾਲ ਕੀ ਬੋਲਾਂਗੇ? ਐਸਐਸ ਨਗਰ, ਮੋਹਾਲੀ। ਮੋਹਾਲੀ ਦੇ ਵਿੱਚ ਬੋਲੀ ਜਾਏਗੀ ਬੇਟੇ ਪੁਆਧੀ। ਹੁਣ ਦੇਖੋ ਭਰਾ, ਪਾਪਾ ਜੀ, ਭਾਜੀ, ਵੀਰਾ, ਬਾਈ, ਛੋਟੀ ਛੋਟੀਆਂ ਗੱਲਾਂ ਦੇ ਨਾਲ ਜਿਹੜਾ ਹੈ ਉਹ ਡਿਫਰੈਂਸ ਹੈ। ਇੱਥੇ ਬੋਲੀ ਜਾਏਗੀ ਸਾਡੀ ਪੁਆਧੀ ਭਾਸ਼ਾ। ਹੁਣ ਜਿਹੜੀਆਂ ਚਾਰ ਉਪਭਾਸ਼ਾਵਾਂ ਪੰਜਾਬੀ ਦੀਆਂ ਮੁੱਖ ਹਨ, ਉਹ ਹਨ ਮਾਝੀ, ਜਿਹੜੀ ਅੰਮ੍ਰਿਤਸਰ, ਗੁਰਦਾਸਪੁਰ ਤੇ ਲਾਹੌਰ ਵਿੱਚ ਬੋਲੀ ਜਾਂਦੀ ਹੈ। ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਦੇ ਵਿੱਚ ਦੁਆਬੀ ਬੋਲੀ ਜਾਂਦੀ ਹੈ। ਲੁਧਿਆਣਾ, ਸੰਗਰੂਰ, ਬਠਿੰਡਾ ਤੇ ਪਟਿਆਲੇ ਦੇ ਕੁਝ ਹਿੱਸੇ ਦੇ ਵਿੱਚ ਮਲਵਈ ਬੋਲੀ ਜਾਂਦੀ ਹੈ। ਪਟਿਆਲੇ ਦੇ ਕੁਝ ਹਿੱਸੇ, ਰੋਪੜ ਦੇ ਵਿੱਚ ਤੇ ਜਾਂ ਐਸਐਸ ਨਗਰ, ਮੋਹਾਲੀ ਦੇ ਵਿੱਚ ਪੁਆਧੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਆ ਗਿਆ ਜੇਹਲਮ ਪਾਰ ਦਾ ਇਲਾਕਾ। ਹੁਣ ਜਦੋਂ ਬੇਟੇ ਅਸੀਂ ਗੱਲ ਕਰਦੇ ਹਾਂ ਪਾਕਿਸਤਾਨ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਪਾਕਿਸਤਾਨ ਦਾ ਵੀ ਜਿਹੜਾ ਕੁਝ ਹਿੱਸਾ ਸੀ ਬੇਟੇ, ਉਹ ਵੀ ਜਿਹੜਾ ਹੁੰਦਾ ਸੀ ਉਹ ਬੇਸਿਕਲੀ ਜਿਹੜਾ ਪੰਜਾਬ ਦਾ ਹੀ ਹਿੱਸਾ ਸੀ। ਈਵਨ ਜੰਮੂ ਤੇ ਕਾਂਗੜਾ ਵੀ ਜਿਹੜਾ ਸੀ ਉਹ ਵੀ ਪੰਜਾਬ ਦਾ ਹਿੱਸਾ ਸੀ। ਤੇ ਹੁਣ ਜੰਮੂ ਤੇ ਕਾਂਗੜਾ, ਜੰਮੂ ਤੇ ਕਾਂਗੜਾ, ਇੱਥੇ ਅਸੀਂ ਬੋਲਾਂਗੇ ਡੋਗਰੀ ਭਾਸ਼ਾ। ਇੱਥੋਂ ਦੀ ਜਿਹੜੀ ਉਪਬੋਲੀ ਹੈ ਉਹ ਡੋਗਰੀ ਹੈ, ਕਿਉਂਕਿ ਇਲਾਕੇ ਬਦਲਦੇ ਜਾਂਦੇ ਹਨ। ਅਸੀਂ ਸਿੰਪਲੀਫਾਈ ਜਿਹੜੀਆਂ ਮੁੱਖ ਭਾਸ਼ਾਵਾਂ ਅੰਮ੍ਰਿਤਸਰ ਤੋਂ ਪਟਿਆਲੇ ਤੱਕ ਲੈ ਕੇ ਆਏ ਸੀ। ਉਸ ਤੋਂ ਬਾਅਦ ਅਸੀਂ ਉੱਥੇ ਪਹੁੰਚੀ ਤਾਂ ਬੋਲੀ ਜਾਂਦੀ ਸੀ ਜੰਮੂ ਦੇ ਵਿੱਚ, ਤੇ ਕੁਝ ਜਿਹੜੇ ਪਹਾੜੀ ਇਲਾਕੇ ਸਨ, ਕਾਂਗੜਾ ਜਾਂ ਹੋਰ ਜਿਹੜੇ ਪਹਾੜੀ ਇਲਾਕੇ ਸੀ, ਉੱਥੇ ਅਸੀਂ ਡੋਗਰੀ ਭਾਸ਼ਾ ਬੋਲਦੇ ਸੀ। ਉਸ ਤੋਂ ਬਾਅਦ ਪਾਕਿਸਤਾਨੀ ਪੋਠੋਹਾਰ ਦਾ ਇਲਾਕਾ ਬੇਟੇ, ਜਿਵੇਂ ਰਾਵਲਪਿੰਡੀ ਜਾਂ ਜੇਹਲਮ ਦਾ ਜਿਹੜਾ ਇਲਾਕਾ ਹੈ, ਰਾਵਲਪਿੰਡੀ ਤੇ ਜੇਹਲਮ ਪਾਕਿਸਤਾਨ ਦੇ ਵਿੱਚ ਹੈ। ਰਾਵਲਪਿੰਡੀ ਤੇ ਜੇਹਲਮ ਇਹ ਪਾਕਿਸਤਾਨ ਦਾ ਇਲਾਕਾ ਹੈ ਤੇ ਇੱਥੇ ਬੋਲੀ ਜਾਂਦੀ ਹੈ ਪੋਠੋਹਾਰੀ। ਹੁਣ ਪੋਠੋਹਾਰੀ ਭਾਸ਼ਾ ਦੇ ਵਿੱਚ ਵੀ ਸਾਡੇ ਕਿੰਨੇ ਕਵੀਆਂ ਨੇ ਬਹੁਤ ਖੂਬਸੂਰਤ ਕਵਿਤਾਵਾਂ ਲਿਖੀਆਂ ਹਨ। ਜਿਵੇਂ ਪ੍ਰੋਫੈਸਰ ਮੋਹਨ ਸਿੰਘ ਨੇ ਹੀ ਜਿਹੜਾ ਹੈ ਪੋਠੋਹਾਰੀ ਇਲਾਕੇ ਦਾ ਬੜਾ ਖੂਬਸੂਰਤ ਜ਼ਿਕਰ ਕੀਤਾ ਕਿ ਸਿਰ ਤੇ ਚੁੱਕੀ ਪੰਡ ਘਾਹ ਦੀ ਜਾਂਦੀ ਕੁੜੀ ਪੋਠੋਹਾਰੀ। ਹੁਣ ਹੈ ਇਹ ਇਲਾਕਾ ਸਾਰਾ ਪੰਜਾਬ ਦਾ, ਪਰ ਇਹਨਾਂ ਦੀਆਂ ਜਿਹੜੀਆਂ ਭਾਸ਼ਾਵਾਂ ਹਨ ਥੋੜੀਆਂ ਥੋੜੀਆਂ ਬਦਲਦੀਆਂ ਜਾ ਰਹੀਆਂ ਹਨ। ਤੇ ਜੇ ਸਾਨੂੰ ਪੱਛਮੀ ਪੰਜਾਬ ਜਾਂ ਪਾਕਿਸਤਾਨ, ਪੱਛਮੀ ਪੰਜਾਬ ਜਾਂ ਪਾਕਿਸਤਾਨ ਦੀ ਭਾਸ਼ਾ ਪੁੱਛੀ ਜਾਵੇ, ਪਾਕਿਸਤਾਨ ਦੇ ਵਿੱਚ ਜਿਹੜੀ ਬੋਲੀ ਜਾਂਦੀ ਹੈ ਉੱਥੇ ਬੋਲੀ ਜਾਂਦੀ ਹੈ ਮੁਲਤਾਨੀ ਭਾਸ਼ਾ ਉੱਥੇ ਬੋਲੀ ਜਾਂਦੀ ਹੈ। ਹੁਣ ਇਹ ਹੋ ਗਈਆਂ ਸਾਡੀਆਂ ਉਪਬੋਲੀਆਂ। ਹੁਣ ਜੇ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਉਪਬੋਲੀਆਂ ਦਾ ਜਿਹੜਾ ਫਰਕ ਹੈ ਬੇਟੇ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ। ਕਿਉਂ ਖਤਮ ਹੁੰਦਾ ਜਾ ਰਿਹਾ? ਉਹਦਾ ਕੀ ਕਾਰਨ ਹੈ? ਆਵਾਜਾਈ ਸਾਧਨ ਵੱਧ ਗਏ। ਪੁਰਾਣੇ ਸਮੇਂ ਦੇ ਵਿੱਚ ਨਾ ਤਾਂ ਬੱਸਾਂ ਸੀ, ਨਾ ਕਾਰਾਂ ਸੀ। ਅਸੀਂ ਗੱਡੀਆਂ ਦੇ ਉੱਤੇ, ਟਾਂਗਿਆਂ ਦੇ ਉੱਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਸਫ਼ਰ ਕਰਦੇ ਹੁੰਦੇ ਸੀ ਤੇ ਸਾਡੀ ਭਾਸ਼ਾ ਦੇ ਜਿਹੜੇ ਫਰਕ ਸੀ ਉਹ ਬਹੁਤ ਜ਼ਿਆਦਾ ਹੁੰਦੇ ਸੀ। ਪਰ ਹੁਣ ਹੌਲੀ ਹੌਲੀ ਜਿਹੜੇ ਉਹ ਫਰਕ ਹਨ, ਉਹ ਜਿਹੜੇ ਡਿਫਰੈਂਸ ਹਨ, ਉਹ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਹਨ।
क्यों खत्म होते जा रहे हैं? क्योंकि साडे आवाजाही के साधन वध गए हैं। आवाजाही के साधन वधन दे नाल हुण जिहड़े हन उपभाषावां दे जिहड़े अंतर हन वो खत्म होते जा रहे हैं। हुण असीं समझ ही नहीं सकते साडी जिहड़ी भाषा है वो माझी है, मलवई है, दुआबी है, पुआधी है, 19-21 का फर्क जिहड़े साडे बजुर्ग हन घर दे विच उन्हां दीयां भाषावां तो जो असीं सिख लैंदे हां कुछ शब्द कुछ खास शब्द साडी भाषा दे विच हो रह जांदे हन, पर मूल रूप दे विच वो जिहड़े अर्थ हन वो जिहड़ी भाषा है वो असीं सिंपल सादी पंजाबी बोलनी शुरू कर दी है। उसका कारण की है बेटे? क्योंकि असीं जिहड़ा है साडी आवाजाही के साधनां ने साडियां जिहड़ियां वो जिहड़ा भाग है वो खत्म कर दित्ता। उस वक्त असीं हुण भाषा की गल कर रहे हां। भाषा की गल दे विच असीं कहने हां धुनी। हुण धुनी की है? धुनी की है बेटे? जदों भी असीं मूँह खोलते हैं कुछ बोलने की कोशिश करते हैं साडे मूँह दे विचों कई तरह दी आवाज़ां निकलदियां आ ई ऊ। जो ये आवाज़ां हन जो साडे मूँह दे विचों आवाज़ां हन उस नूं असीं धुनियां कहते हैं। जो साडे मूँह दे विचों आवाज़ां निकलदियां हन वो धुनियां कहते हैं। ते पंजाबी विच जे असीं गल करिए कि धुनियां किन्ने तरह दीयां हुंदियां हन? 2 तरह दी। हुण असीं धुनियां की गल करन जा रहे हां। धुनियां 2 तरह दीयां हुंदियां हन। स्वर, सब तो पहला असीं गल करदे हां स्वर, ते दूजा की है बेटे? व्यंजन। धुनियां जिहड़ियां हन 2 तरह दीयां हो गईयां, स्वर अते व्यंजन। हुण स्वर ते व्यंजन जिहड़ा है वो की है? हुण स्वर की है बेटे? जदों धुनी दा उच्चारण। स्वर की है? जदों धुनी दा उच्चारण साडे मूँह दे विचों बेरोक टोक निकलदा है वो स्वर है। जिवें असीं बेरोक टोक बोलदे हां वो स्वर हैं। पंजाबी विच किहड़े स्वर हैं? ऊ, आ, ई। 3 स्वर हैं ऊड़ा, ऐड़ा, ये 3 स्वर हैं बेटे पंजाबी दे विच, क्योंकि बेरोक टोक साडे मूँह दे विचों ये शब्द निकलदे हैं। व्यंजन की है? व्यंजन वो हैं जो बिना स्वरां दी मदद तो असीं नहीं बोल सकते। स्वर दी मदद तो बिना जिन्हां नूं असीं इस्तेमाल नहीं कर सकते उन्हां नूं असीं व्यंजन कहांगे। क्योंकि किसी भाषा में बोलना जदों किसी शब्द नूं बोलना सानूं स्वर की जरूरत पएगी ही पएगी। तां बाकी स तो लैके ड़ तक सारे दे सारे व्यंजन हैं। स तो लैके ड़ तक सारे दे सारे व्यंजन हैं। इत्थों तक कि जिहड़े 6 नवे अखर आए हैं वो भी व्यंजनां दे विच ही आ गए हैं। तां टोटल किन्ने हो गए भाषा के शब्द? 41 शब्द सी। 41 दे विचों 3 जिहड़े सी वो असीं कढ दित्ते स्वर, ते बाकी जिहड़े 38 हैं वो साडे व्यंजन हो गए जिहड़े स्वर की सहायता तो बिना असीं नहीं बोल सकते। ठीक है बच्चे? ये अज असीं जिहड़ा है व्याकरण की हुंदी है, धुनी की हुंदी है, भाषा की हुंदी है, बोली की हुंदी है ते उपबोली की हुंदी है। असीं इन्हां दे बेसिक जिहड़े सी इन्हां दे नियम नूं अज असीं कोशिश कीता समझण दी, ते बाकी असीं स्वर धुनियां दी गल कल फिर करांगे। ठीक है बच्चे? हैव अ नाइस डे। तुहाडा दिन बहुत वधिया रहे। ऑल द बेस्ट।